ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਸਿੱਖ ਇਤਿਹਾਸ ਦੇ ਇੱਕ ਬਹੁਤ ਹੀ ਅਹਿਮ ਦੌਰ ਦੀ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹਾ ਮੋੜ ਜਿਸ ਨੇ ਸਿੱਖ ਲੀਡਰਸ਼ਿਪ ਦਾ ਪੂਰਾ ਚਿਹਰਾ ਹੀ ਬਦਲ ਕੇ ਰੱਖ ਦਿੱਤਾ। ਆਪਾਂ 17ਵੀਂ ਸਦੀ ਦੇ 3 ਗੁਰੂ ਸਾਹਿਬਾਨ ਦੇ ਜੀਵਨ ਨੂੰ ਦੇਖਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਸ਼ਾਂਤਮਈ ਕੌਮ, ਇੱਕ ਯੋਧਾ ਕੌਮ ਕਿਵੇਂ ਬਣੀ। ਦੇਖੋ, ਇਹ ਸਿਰਫ ਇਤਿਹਾਸ ਦੀ ਗੱਲ ਨਹੀਂ, ਇਹ ਲੀਡਰਸ਼ਿਪ ਦੇ ਕੁਝ ਬਹੁਤ ਹੀ ਕਮਾਲ ਦੇ ਸਬਕ ਨੇ। ਤਾਂ ਅੱਜ ਆਪਾਂ ਕੀ ਦੇਖਾਂਗੇ? ਸਭ ਤੋਂ ਪਹਿਲਾਂ ਆਪਾਂ ਉਸ ਬਦਲਾਵ ਦੀ ਗੱਲ ਕਰਾਂਗੇ ਜਿੱਥੋਂ ਸਭ ਕੁਝ ਸ਼ੁਰੂ ਹੋਇਆ। ਫਿਰ ਇੱਕ-ਇੱਕ ਕਰਕੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਜੀ ਦੇ ਲੀਡਰਸ਼ਿਪ ਨੂੰ ਸਮਝਾਂਗੇ ਤੇ ਅਖੀਰ ਵਿੱਚ ਸਾਰੇ ਜ਼ਰੂਰੀ ਪੁਆਇੰਟਸ ਨੂੰ ਇੱਕ ਵਾਰ ਫੇਰ ਦੁਹਰਾਵਾਂਗੇ ਤਾਂ ਕਿ ਸਭ ਕੁਝ ਚੰਗੀ ਤਰ੍ਹਾਂ ਯਾਦ ਹੋ ਜਾਵੇ। ਚਲੋ ਫਿਰ ਸ਼ੁਰੂ ਕਰਦੇ ਹਾਂ। ਪਹਿਲਾ ਭਾਗ ਦੇਖੋ, ਇਸ ਬਦਲਾਅ ਦੀ ਜਿਹੜੀ ਸ਼ੁਰੂਆਤ ਹੈ ਨਾ, ਉਹ ਇੱਕ ਬਹੁਤ ਹੀ ਦੁਖਦਾਈ ਘਟਨਾ ਨਾਲ ਹੋਈ। ਇੱਕ ਅਜਿਹਾ ਮੋੜ ਜਿਸ ਨੇ ਸਿੱਖ ਕੌਮ ਦੇ ਰਾਹ ਨੂੰ ਹਮੇਸ਼ਾ ਲਈ ਇੱਕ ਨਵਾਂ ਮੋੜ ਦੇ ਦਿੱਤਾ। ਸੰਤ ਤੋਂ ਸ਼ਾਸਕ ਬਣਨ ਦਾ ਸਫ਼ਰ ਅਸਲ 'ਚ ਇੱਥੋਂ ਹੀ ਸ਼ੁਰੂ ਹੁੰਦਾ ਹੈ। ਪਰ ਇਹ ਸਮਝਣ ਲਈ ਇੱਕ ਬਹੁਤ ਬੁਨਿਆਦੀ ਸਵਾਲ ਪੁੱਛਣਾ ਪੈਂਦਾ ਹੈ। ਸੋਚ ਕੇ ਦੇਖੋ, ਆਖਿਰ ਅਜਿਹਾ ਕੀ ਹੋ ਜਾਂਦਾ ਹੈ ਕਿ ਇੱਕ ਰੂਹਾਨੀ ਆਗੂ ਜਿਸ ਦਾ ਕੰਮ ਸ਼ਾਂਤੀ ਤੇ ਭਗਤੀ ਦਾ ਸੰਦੇਸ਼ ਦੇਣਾ ਹੈ, ਉਹ ਇੱਕ ਯੋਧਾ, ਇੱਕ ਸ਼ਾਸਕ ਬਣਨ ਲਈ ਮਜਬੂਰ ਹੋ ਜਾਵੇ? ਇਸੇ ਸਵਾਲ ਦੇ ਜਵਾਬ ਵਿੱਚ ਹੀ ਸਾਰੀ ਕਹਾਣੀ ਛਿਪੀ ਹੋਈ ਹੈ। ਤੇ ਇਸ ਦਾ ਜਵਾਬ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ। ਸਾਲ ਸੀ 1606 ਤੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ 5ਵੇਂ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਇੱਕ ਘਟਨਾ ਨੇ ਸੱਚ ਕਹਾ ਤਾਂ ਪੂਰੇ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਹਨਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਹੁਣ ਆਪਣੇ ਧਰਮ ਦੀ, ਆਪਣੀ ਹੋਂਦ ਦੀ ਰੱਖਿਆ ਕਿਵੇਂ ਕੀਤੀ ਜਾਵੇ। ਹੁਣ ਇਸੇ ਸੰਕਟ ਦੇ ਦੌਰ ਵਿੱਚ ਗੁਰਗੱਦੀ ਮਿਲੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੇ ਉਮਰ ਸਿਰਫ 11 ਸਾਲ। ਸੋਚ ਕੇ ਦੇਖੋ, ਇੱਕ 11 ਸਾਲ ਦੇ ਬੱਚੇ ਦੇ ਮੋਢਿਆਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਪਈ ਸੀ, ਆਪਣੇ ਪਿਤਾ ਦੀ ਸ਼ਹਾਦਤ ਤੇ ਨਾਲ ਹੀ ਪੂਰੀ ਕੌਮ ਦੀ ਰਾਖੀ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਚੁਣੌਤੀ ਦਾ ਜਵਾਬ ਇੱਕ ਬਿਲਕੁਲ ਨਵੇਂ ਸਿਧਾਂਤ ਨਾਲ ਦਿੱਤਾ, ਜਿਸ ਨੂੰ ਆਪਾਂ ਕਹਿੰਦੇ ਹਾਂ ਮੀਰੀ ਪੀਰੀ। ਬਹੁਤ ਸਿੱਧਾ ਜਿਹਾ ਮਤਲਬ ਸੀ ਕਿ ਗੁਰੂ ਕੋਲ ਸਿਰਫ ਰੂਹਾਨੀ ਤਾਕਤ ਯਾਨੀ ਪੀਰੀ ਹੀ ਨਹੀਂ ਹੋਣੀ ਚਾਹੀਦੀ, ਬਲਕਿ ਦੁਨਿਆਵੀ ਤੇ ਰਾਜਨੀਤਿਕ ਤਾਕਤ ਯਾਨੀ ਮੀਰੀ ਵੀ ਹੋਣੀ ਚਾਹੀਦੀ ਹੈ। ਇਹ ਸਿੱਖ ਇਤਿਹਾਸ ਲਈ ਇੱਕ ਬਹੁਤ ਵੱਡਾ, ਇੱਕ ਕ੍ਰਾਂਤੀਕਾਰੀ ਕਦਮ ਸੀ। ਤੇ ਸਿਰਫ ਗੱਲਾਂ ਨਹੀਂ ਸਨ, ਇਸ ਨੂੰ ਅਮਲ ਵਿੱਚ ਲਿਆਂਦਾ ਗਿਆ। ਗੁਰੂ ਸਾਹਿਬ ਨੇ 2 ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ, ਦੂਜੀ ਪੀਰੀ ਦੀ। ਹਰਮੰਦਰ ਸਾਹਿਬ ਦੇ ਠੀਕ ਸਾਹਮਣੇ ਅਕਾਲ ਤਖਤ ਦੀ ਉਸਾਰੀ ਕਰਵਾਈ, ਯਾਨੀ ਰੱਬ ਦਾ ਤਖਤ। ਤੇ ਸਭ ਤੋਂ ਵੱਡੀ ਗੱਲ, ਧਰਮ ਦੀ ਰਾਖੀ ਲਈ ਪਹਿਲੀ ਸਿੱਖ ਫੌਜ ਤਿਆਰ ਕੀਤੀ। ਹੁਣ ਜ਼ਾਹਿਰ ਜੀ ਗੱਲ ਹੈ, ਗੁਰੂ ਸਾਹਿਬ ਦੀ ਇਹ ਵੱਧਦੀ ਹੋਈ ਤਾਕਤ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਕਿੱਥੇ ਚੰਗੀ ਲੱਗਣੀ ਸੀ। ਉਸਨੂੰ ਇਹ ਆਪਣੇ ਰਾਜ ਲਈ ਇੱਕ ਖਤਰਾ ਲੱਗਿਆ ਤੇ ਇਸੇ ਕਰਕੇ ਉਸਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ, ਜਿੱਥੇ ਪਹਿਲਾਂ ਤੋਂ ਹੀ 52 ਹਿੰਦੂ ਰਾਜੇ ਬੰਦੀ ਬਣਾਏ ਹੋਏ ਸਨ। ਤੇ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਸਾਹਿਬ ਦੀ ਲੀਡਰਸ਼ਿਪ ਦਾ ਅਸਲ ਇਮਤਿਹਾਨ ਹੋਇਆ। ਜਦੋਂ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਹੋਈ ਤਾਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਉਹਨਾਂ ਨੇ ਸ਼ਰਤ ਰੱਖੀ, ਮੈਂ ਇਕੱਲਾ ਨਹੀਂ ਜਾਵਾਂਗਾ। ਜਦੋਂ ਤੱਕ ਮੇਰੇ ਨਾਲ ਕੈਦ ਇਹ 52 ਹਿੰਦੂ ਰਾਜੇ ਵੀ ਆਜ਼ਾਦ ਨਹੀਂ ਹੁੰਦੇ, ਮੈਂ ਇੱਥੋਂ ਨਹੀਂ ਹਿੱਲਾਂਗਾ। ਸੋਚੋ, ਇਹ ਹੈ ਅਸਲ ਲੀਡਰਸ਼ਿਪ, ਜਿੱਥੇ ਤਾਕਤ ਆਪਣੇ ਲਈ ਨਹੀਂ, ਦੂਜਿਆਂ ਲਈ ਵਰਤੀ ਜਾਂਦੀ ਹੈ। ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਫੇਰ ਇੱਕ ਖਾਸ ਚੋਲਾ ਸਿਲਵਾਇਆ ਜਿਸ ਦੀਆਂ 52 ਕਲੀਆਂ ਸਨ, ਤੇ ਜਦੋਂ ਰਿਹਾਈ ਦਾ ਦਿਨ ਆਇਆ ਤਾਂ ਹਰ ਰਾਜੇ ਨੇ ਉਸ ਚੋਲੇ ਦੀ ਇੱਕ-ਇੱਕ ਕਲੀ ਫੜ ਲਈ ਤੇ ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਦੇ ਨਾਲ ਕਿਲੇ ਤੋਂ ਬਾਹਰ ਆ ਗਏ। ਇਸੇ ਕਰਕੇ ਹੀ ਅੱਜ ਤੱਕ ਉਹਨਾਂ ਨੂੰ ਬੰਦੀ ਛੋੜ ਦਾਤਾ ਕਹਿ ਕੇ ਯਾਦ ਕੀਤਾ ਜਾਂਦਾ ਹੈ, ਯਾਨੀ ਬੰਦਨਾ ਤੋਂ ਛੁਡਾਉਣ ਵਾਲੇ। ਅੱਗੇ ਚੱਲਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰਗੱਦੀ ਤੇ ਬੈਠੇ ਉਹਨਾਂ ਦੇ ਪੋਤਰੇ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ। ਹੁਣ ਉਹਨਾਂ ਸਾਹਮਣੇ ਇੱਕ ਨਵੀਂ ਚੁਣੌਤੀ ਸੀ। ਇਸ ਨਵੀਂ ਯੋਧਾ ਪਹਿਚਾਣ ਨੂੰ ਅੱਗੇ ਕਿਵੇਂ ਤੋਰਿਆ ਜਾਵੇ, ਤਾਕਤ ਤੇ ਦਇਆ ਵਿੱਚ ਸੰਤੁਲਨ ਕਿਵੇਂ ਬਣਾਇਆ ਜਾਵੇ। ਗੁਰੂ ਹਰਿਰਾਏ ਜੀ ਨੇ ਇਸ ਦਾ ਜਵਾਬ ਬੜੀ ਖੂਬਸੂਰਤੀ ਨਾਲ ਦਿੱਤਾ। ਇੱਕ ਪਾਸੇ ਉਹਨਾਂ ਨੇ 2200 ਘੋੜਸਵਾਰਾਂ ਦੀ ਫੌਜ ਹਮੇਸ਼ਾ ਤਿਆਰ ਰੱਖੀ, ਯਾਨੀ ਤਾਕਤ ਵਿੱਚ ਕੋਈ ਕਮੀ ਨਹੀਂ। ਪਰ ਦੂਜੇ ਪਾਸੇ ਉਹਨਾਂ ਨੇ ਇੱਕ ਆਯੁਰਵੈਦਿਕ ਦਵਾਖਾਨਾ ਵੀ ਖੋਲ੍ਹਿਆ। ਤੇ ਇੰਨਾ ਹੀ ਨਹੀਂ, ਜਦੋਂ ਉਹਨਾਂ ਦਾ ਵਿਰੋਧੀ ਦਾਰਾ ਸ਼ਿਕੋਹ ਬਿਮਾਰ ਹੋਇਆ ਤਾਂ ਉਸਨੂੰ ਵੀ ਦਵਾਈ ਭੇਜ ਕੇ ਉਸ ਦੀ ਜਾਨ ਬਚਾਈ। ਇਹ ਸਿਖਾਉਂਦਾ ਹੈ ਕਿ ਅਸਲੀ ਤਾਕਤ ਰਹਿਮ ਕਰਨ ਵਿੱਚ ਹੈ, ਬਦਲਾ ਲੈਣ ਵਿੱਚ ਨਹੀਂ। ਪਰ ਫਿਰ ਇੱਕ ਬਹੁਤ ਹੀ ਨਾਜ਼ੁਕ ਮੋੜ ਆਇਆ। ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਹਰਾ ਦਿੱਤਾ ਤੇ ਦਿੱਲੀ ਦੇ ਤਖ਼ਤ ਤੇ ਬੈਠ ਗਿਆ। ਉਸਨੇ ਗੁਰੂ ਸਾਹਿਬ ਤੇ ਦਾਰਾ ਦੀ ਮਦਦ ਕਰਨ ਦਾ ਇਲਜ਼ਾਮ ਲਾਇਆ ਤੇ ਉਹਨਾਂ ਨੂੰ ਦਿੱਲੀ ਭੁਲਾ ਭੇਜਿਆ।
ਗੁਰੂ ਜੀ ਆਪ ਤਾਂ ਨਹੀਂ ਗਏ, ਪਰ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣੀ ਜਗ੍ਹਾ ਤੇ ਭੇਜਿਆ। ਤੇ ਦਿੱਲੀ ਦਰਬਾਰ ਵਿੱਚ ਜੋ ਹੋਇਆ ਉਸਨੇ ਸਭ ਕੁਝ ਬਦਲ ਦਿੱਤਾ। ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਇੱਕ ਲਾਈਨ ਦਾ ਮਤਲਬ ਬਦਲ ਦਿੱਤਾ। ਜਦੋਂ ਇਹ ਗੱਲ ਗੁਰੂ ਹਰਰਾਏ ਜੀ ਨੂੰ ਪਤਾ ਲੱਗੀ, ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹਨਾਂ ਨੇ ਕਿਹਾ, ਜਿਸ ਨੇ ਬਾਣੀ ਦਾ ਨਿਰਾਦਰ ਕੀਤਾ ਉਹ ਗੁਰਗੱਦੀ ਦੇ ਲਾਇਕ ਨਹੀਂ। ਉਹਨਾਂ ਨੇ ਆਪਣੇ ਪੁੱਤਰ ਨੂੰ ਤਿਆਗ ਦਿੱਤਾ ਤੇ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਅਗਲਾ ਗੁਰੂ ਥਾਪ ਦਿੱਤਾ। ਇੱਕ ਪਿਤਾ ਲਈ ਇਹ ਕਿੰਨਾ ਔਖਾ ਫੈਸਲਾ ਹੋਵੇਗਾ, ਪਰ ਇੱਕ ਗੁਰੂ ਦੇ ਤੌਰ ਤੇ ਸਿਧਾਂਤ ਸਭ ਤੋਂ ਪਹਿਲਾਂ ਸੀ। ਤੇ ਇਸ ਤਰ੍ਹਾਂ ਸਿੱਖਾਂ ਦੀ ਵਾਗਡੋਰ ਆ ਗਈ ਇੱਕ ਬੱਚੇ ਦੇ ਹੱਥਾਂ ਵਿੱਚ। 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਗੁਰੂ ਬਣੇ ਤਾਂ ਉਹਨਾਂ ਦੀ ਉਮਰ ਸਿਰਫ 5 ਸਾਲ ਸੀ। ਸੋਚੋ, ਇੰਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਜ਼ਿੰਮੇਵਾਰੀ, ਇੱਕ ਪਾਸੇ ਰਾਜਨੀਤਿਕ ਦਾਅ-ਪੇਚ ਤੇ ਦੂਜੇ ਪਾਸੇ ਰੂਹਾਨੀ ਅਗਵਾਈ। ਭਾਵੇਂ ਉਮਰ ਛੋਟੀ ਸੀ, ਪਰ ਉਹਨਾਂ ਦਾ ਗਿਆਨ ਤੇ ਸਿਆਣਪ ਬਹੁਤ ਵੱਡੀ ਸੀ। ਲੋਕ ਉਹਨਾਂ ਦੀ ਬੁੱਧੀ ਦੇਖ ਕੇ ਹੈਰਾਨ ਰਹਿ ਜਾਂਦੇ ਸਨ। ਇਸੇ ਲਈ ਤਾਂ ਲੋਕ ਉਹਨਾਂ ਨੂੰ ਬੜੇ ਪਿਆਰ ਨਾਲ ਬਾਲਾ ਪੀਰ ਕਹਿੰਦੇ ਸਨ, ਮਤਲਬ ਬਾਲ ਗੁਰੂ ਜਾਂ ਬਾਲ ਪੈਗੰਬਰ। ਔਰੰਗਜ਼ੇਬ ਨੇ ਉਹਨਾਂ ਨੂੰ ਵੀ ਦਿੱਲੀ ਬੁਲਾਇਆ, ਪਰ ਜਦੋਂ ਗੁਰੂ ਸਾਹਿਬ ਦਿੱਲੀ ਪਹੁੰਚੇ ਤਾਂ ਉੱਥੇ ਚੇਚਕ ਦੀ ਮਹਾਮਾਰੀ ਫੈਲੀ ਹੋਈ ਸੀ। ਲੋਕ ਮਰ ਰਹੇ ਸਨ, ਤਾਂ ਗੁਰੂ ਸਾਹਿਬ ਨੇ ਰਾਜਨੀਤੀ ਨੂੰ ਇੱਕ ਪਾਸੇ ਰੱਖਿਆ ਤੇ ਦੁਖੀ ਲੋਕਾਂ ਦੀ ਸੇਵਾ ਵਿੱਚ ਜੁਟ ਗਏ। ਉਹ ਬਿਨਾਂ ਕਿਸੇ ਜਾਤ-ਪਾਤ ਦੇ ਭੇਦਭਾਵ ਦੇ ਹਰ ਬਿਮਾਰ ਦੀ ਸੇਵਾ ਕਰਦੇ ਸਨ। ਪਰ ਲੋਕਾਂ ਦੀ ਸੇਵਾ ਕਰਦੇ-ਕਰਦੇ ਗੁਰੂ ਸਾਹਿਬ ਆਪ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ। ਤੇ ਇੱਥੇ ਵੀ ਦੇਖੋ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦਾ ਆਖਰੀ ਕੰਮ ਵੀ ਲੀਡਰਸ਼ਿਪ ਦਾ ਹੀ ਸੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਸਿਰਫ 2 ਸ਼ਬਦ ਕਹੇ, ਬਾਬਾ ਬਕਾਲੇ, ਯਾਨੀ ਅਗਲਾ ਗੁਰੂ ਬਕਾਲਾ ਪਿੰਡ ਵਿੱਚ ਹੈ। ਉਹਨਾਂ ਨੇ ਯਕੀਨੀ ਬਣਾਇਆ ਕਿ ਉਹਨਾਂ ਤੋਂ ਬਾਅਦ ਕੌਮ ਦੀ ਅਗਵਾਈ ਲਈ ਕੋਈ ਭੰਬਲ-ਬੂਸਾ ਨਾ ਰਹੇ। ਚਲੋ ਹੁਣ ਜਲਦੀ ਨਾਲ ਸਾਰੇ ਮੁੱਖ ਨੁਕਤਿਆਂ ਨੂੰ ਇੱਕ ਵਾਰ ਫਿਰ ਤੋਂ ਦੁਹਰਾ ਲਈਏ। ਇਹ ਸਾਰੀਆਂ ਉਹ ਗੱਲਾਂ ਨੇ ਜਿਨ੍ਹਾਂ ਬਾਰੇ ਆਪਾਂ ਹੁਣੇ ਗੱਲ ਕੀਤੀ ਹੈ ਤੇ ਇਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਇਹ ਟਾਈਮਲਾਈਨ ਦੇਖੋ, ਇਸ ਨਾਲ ਸਭ ਕੁਝ ਸਾਫ਼ ਹੋ ਜਾਵੇਗਾ। 1606 ਵਿੱਚ ਗੁਰੂ ਹਰਗੋਬਿੰਦ ਸਾਹਿਬ 6ਵੇਂ ਗੁਰੂ ਬਣੇ। 1609 ਵਿੱਚ ਅਕਾਲ ਤਖ਼ਤ ਦੀ ਉਸਾਰੀ ਸ਼ੁਰੂ ਹੋਈ। 1644 ਵਿੱਚ ਗੁਰੂ ਹਰਰਾਏ ਸਾਹਿਬ ਆਏ। ਫਿਰ 1661 ਵਿੱਚ ਗੁਰੂ ਹਰਕ੍ਰਿਸ਼ਨ ਜੀ ਤੇ 1664 ਵਿੱਚ ਉਹਨਾਂ ਨੇ ਬਾਬਾ ਬਕਾਲੇ ਕਹਿ ਕੇ ਸਰੀਰ ਤਿਆਗ ਦਿੱਤਾ। ਬਸ ਇੰਨਾ ਕੁਝ ਦਹਾਕਿਆਂ ਨੇ ਹੀ ਸਿੱਖ ਲੀਡਰਸ਼ਿਪ ਦਾ ਭਵਿੱਖ ਤੈਅ ਕਰ ਦਿੱਤਾ ਸੀ। ਇਸ ਟੇਬਲ ਤੇ ਇੱਕ ਨਜ਼ਰ ਮਾਰੋ। ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ, ਅਕਾਲ ਤਖ਼ਤ ਤੇ ਬੰਦੀ ਛੋੜ। ਗੁਰੂ ਹਰਰਾਏ ਸਾਹਿਬ, ਫੌਜ ਵੀ ਰੱਖੀ ਤੇ ਦਇਆ ਵੀ ਕੀਤੀ। ਤੇ ਗੁਰੂ ਹਰਕ੍ਰਿਸ਼ਨ ਜੀ, ਬਾਲਾ ਪੀਰ, ਜਿਨ੍ਹਾਂ ਨੇ ਦਿੱਲੀ ਵਿੱਚ ਨਿਰਸਵਾਰਥ ਸੇਵਾ ਦੀ ਮਿਸਾਲ ਕਾਇਮ ਕੀਤੀ। 3 ਗੁਰੂ, 3 ਵੱਖ-ਵੱਖ ਪਰ ਜੁੜੇ ਹੋਏ ਯੋਗਦਾਨ। ਅੱਛਾ, ਹੁਣ ਕੁਝ ਸਵਾਲ ਜੋ ਅਕਸਰ ਪੁੱਛੇ ਜਾਂਦੇ ਨੇ, ਜਿਵੇਂ ਬੰਦੀ ਛੋੜ ਕੌਣ ਸਨ? ਗੁਰੂ ਹਰਗੋਬਿੰਦ ਜੀ। ਮੀਰੀ ਪੀਰੀ ਦਾ ਸਿਧਾਂਤ ਕਿਸਨੇ ਦਿੱਤਾ? ਗੁਰੂ ਹਰਗੋਬਿੰਦ ਜੀ ਨੇ। ਕਿਹੜੇ ਗੁਰੂ ਸਾਹਿਬ ਦਾ ਜਨਮ ਤੇ ਜੋਤੀ ਜੋਤ ਦਾ ਸਥਾਨ ਇੱਕੋ ਹੈ? ਗੁਰੂ ਹਰਰਾਏ ਜੀ। ਬਾਲਾ ਪੀਰ ਕੌਣ ਸਨ? ਗੁਰੂ ਹਰਕ੍ਰਿਸ਼ਨ ਜੀ। ਤੇ ਅਕਾਲ ਤਖ਼ਤ ਦੀ ਉਸਾਰੀ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ। ਇਹ ਸਵਾਲਾਂ ਦੇ ਜਵਾਬ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਤੇ ਅਖੀਰ ਵਿੱਚ ਇੱਕ ਗੱਲ ਯਾਦ ਰੱਖਿਓ, ਇਹ ਸਿਰਫ ਇਤਿਹਾਸ ਨਹੀਂ ਹੈ, ਇਹ ਸਾਨੂੰ ਅੱਜ ਦੇ ਲਈ ਵੀ ਇੱਕ ਸਵਾਲ ਛੱਡ ਕੇ ਜਾਂਦਾ ਹੈ ਕਿ 17ਵੀਂ ਸਦੀ ਦੇ ਲੀਡਰਸ਼ਿਪ ਦੇ ਇਹ ਸਬਕ, ਤਾਕਤ, ਦਇਆ ਤੇ ਸਿਧਾਂਤ, ਇਹਨਾਂ ਦਾ ਸੰਤੁਲਨ ਅੱਜ ਦੀਆਂ ਚੁਣੌਤੀਆਂ ਵਿੱਚ ਸਾਡੇ ਕਿਵੇਂ ਕੰਮ ਆ ਸਕਦਾ ਹੈ। ਇਸ ਸਵਾਲ ਤੇ ਸੋਚਣਾ ਸ਼ਾਇਦ ਇਹੀ ਇਹਨਾਂ ਮਹਾਨ ਗੁਰੂਆਂ ਦੀ ਵਿਰਾਸਤ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਸਿੱਖੋ ਨਵੇਂ ਅੰਦਾਜ਼ ਨਾਲ, ਪੜ੍ਹੋ ਪੰਜਾਬ ਐਗਜ਼ਾਮ ਥਿਊਰੀ ਦੇ ਨਾਲ, ਆਪਣੇ ਸੁਪਨਿਆਂ ਨੂੰ ਦਿਓ ਉਡਾਣ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ।